ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਿ ਜਿਹੜੇ ਨਵੇਂ ਚੁਣੇ ਜਾਣ ਵਾਲੇ ਰਾਜ ਸਭਾ ਦੇ ਐਮਪੀ ਨੇ ਜੋ ਪੰਜਾਬ ਤੋਂ ਚੁਣ ਕੇ ਜਾਣਗੇ, ਉਹਨਾਂ ਦਾ ਚੁਣਾਵ ਕਿਵੇਂ ਹੁੰਦਾ, ਉਹਨਾਂ ਨੂੰ ਕਿਵੇਂ ਇਲੈਕਟ ਕੀਤਾ ਜਾਂਦਾ, ਕੌਣ ਵੋਟਾਂ ਪਾਉਂਦਾ, ਕਿਸ ਪ੍ਰਕਿਰਿਆ ਦੇ ਵਿੱਚ ਸਾਰਾ ਕੁਝ ਮੁਕੰਮਲ ਕੀਤਾ ਜਾਂਦਾ, ਐਮਪੀ ਚੁਣੇ ਜਾਂਦੇ। ਸਭ ਤੋਂ ਪਹਿਲੀ ਗੱਲ, ਇਹਦੇ ਵਿੱਚ ਆਮ ਨਾਗਰਿਕ ਵੋਟਾਂ ਨਹੀਂ ਪਾ ਸਕਦਾ। ਇਹਦੇ ਵਿੱਚ ਆਮ ਨਾਗਰਿਕ ਦੁਆਰਾ ਚੁਣੇ ਹੋਏ ਜਿਹੜੇ ਐਮਐਲਏ ਨੇ ਉਹ ਆਪਣੀ ਵੋਟ ਦਾ ਮਤ ਰੱਖਦੇ ਨੇ, ਉਹ ਆਪਣਾ ਮਤਦਾਨ ਕਰਦੇ ਨੇ ਔਰ ਉਹ ਚੁਣਦੇ ਨੇ ਆਪਣਾ ਰਾਜ ਸਭਾ ਦਾ ਐਮਪੀ ਕੌਣ ਹੋਏਗਾ। ਰਾਜ ਸਭਾ ਦਾ ਐਮਪੀ ਪੰਜਾਬ ਦੇ ਵਿੱਚ ਹੁਣ 5 ਸੀਟਾਂ ਨੇ। ਵੈਸੇ ਪੰਜਾਬ ਦੇ ਵਿੱਚ 7 ਸੀਟਾਂ ਟੋਟਲ ਨੇ। ਇਹ ਕਿਸ ਆਧਾਰ ਤੇ ਦਿੱਤੀਆਂ ਜਾਂਦੀਆਂ ਨੇ? ਪੋਪੂਲੇਸ਼ਨ ਦੇ ਆਧਾਰ ਤੇ ਕਿ ਕਿੰਨੀ ਪੋਪੂਲੇਸ਼ਨ ਕਿਸ ਸੂਬੇ ਦੀ ਹੈ, ਸੋ ਉਹਨਾਂ ਨੂੰ ਕਿੰਨੀ ਰੈਪਰੈਜ਼ੈਂਟੇਸ਼ਨ ਰਾਜ ਸਭਾ 'ਚ ਮਿਲਣੀ ਚਾਹੀਦੀ ਹੈ। ਰਾਜ ਸਭਾ ਦੀ ਪੂਰੀ ਵੀਡੀਓ ਕਿ ਰਾਜ ਸਭਾ ਕੀ ਹੁੰਦੀ, ਉਹਦੇ ਕੀ ਕੰਮਕਾਰ ਹੁੰਦੇ, ਉਹਦੀ ਮੈਂ ਇੱਕ ਅਲੱਗ ਵੀਡੀਓ ਟੋਟਲੀ ਐਕਸਪਲੇਨਰ ਆਉਣ ਵਾਲੇ ਦਿਨਾਂ ਦੇ ਵਿੱਚ ਲੈ ਕੇ ਆਵਾਂਗੀ। ਉਹ ਸਮਝਣੀ ਵੀ ਆਪਣੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਦੇਸ਼ ਦੇ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਸਭ ਤੋਂ ਵੱਡੀ ਇੱਕ ਕਦੀ ਨਾ ਭੰਗ ਹੋਣ ਵਾਲਾ ਇੱਕ ਪੋਲੀਟੀਕਲ ਇੰਸਟੀਟਿਊਸ਼ਨ ਹੈ ਰਾਜ ਸਭਾ, ਜਿਹਦੇ ਵਿੱਚ ਹਰ ਇੱਕ ਖੇਤਰ, ਹਰ ਇੱਕ ਸੂਬੇ ਤੋਂ ਆਪਣੇ ਦੇਸ਼ ਦੀ ਵਿਭਿੰਨਤਾ ਨੂੰ ਧਿਆਨ ਰੱਖਦੇ ਹੋਏ ਐਮਪੀਜ਼ ਜਿਹੜੇ ਆ ਰਾਜ ਸਭਾ ਦੇ ਐਮਪੀਜ਼ ਜਿਹੜੇ ਉਹ ਚੁਣ ਕੇ ਜਾਂਦੇ ਆ। ਹੁਣ ਇਹਨਾਂ ਦਾ ਚੁਣਾਵ ਕੌਣ ਕਰਦਾ? ਆਪਣੇ ਵੱਲੋਂ ਚੁਣੇ ਹੋਏ ਐਮਐਲਏ। ਰਾਜ ਸਭਾ ਐਮਪੀ ਦੇ ਚੁਣਾਵ ਈਵੀਐਮ ਦੇ ਨਾਲ ਨਹੀਂ ਹੁੰਦੇ। ਇਹਦੇ ਵਿੱਚ ਬੈਲਟ ਪੇਪਰ ਦੀ ਵਰਤੋਂ ਹੁੰਦੀ ਹੈ। ਬੈਲਟ ਬਾਕਸ ਦੇ ਵਿੱਚ ਉਸ ਪੇਪਰ ਨੂੰ ਦੁਬਾਰਾ ਪਾ ਕੇ ਫਿਰ ਬਾਅਦ ਵਿੱਚ ਕਾਊਂਟਿੰਗ ਕੀਤੀ ਜਾਂਦੀ ਹੈ। ਸੋ ਜਿਹੜਾ ਬੈਲਟ ਪੇਪਰ ਹੁੰਦਾ ਉਹਦੇ ਵਿੱਚ ਜਿੰਨੇ ਵੀ ਰਾਜ ਸਭਾ ਐਮਪੀ ਬਣਨ ਦੇ ਲਈ ਨੋਮੀਨੇਸ਼ਨਸ ਆਈਆਂ ਹੁੰਦੀਆਂ, ਉਹਨਾਂ ਨੋਮੀਨੇਸ਼ਨਸ ਦੇ ਪੂਰੇ ਵੇਰਵਾ ਹੁੰਦਾ, ਉਹਨਾਂ ਦੇ ਨਾਮ ਐਂਡ ਆਈਡੈਂਟੀਟੀ, ਮਤਲਬ ਉਹਦੇ ਅੱਗੇ ਇੱਕ ਚੁਆਇਸ ਹੁੰਦੀ ਆ। ਉਹ ਜਿਹੜੀ ਚੁਆਇਸ ਹੁੰਦੀ ਆ, ਇਹ ਤੁਸੀਂ ਸ਼ਾਇਦ ਹੋ ਸਕਦਾ ਪਹਿਲੀ ਵਾਰੀ ਸੁਣ ਰਹੇ ਹੋਵੋ। ਉਹਦੇ ਵਿੱਚ ਐਦਾਂ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਆਪਾਂ ਵੋਟ ਪਾਉਣ ਗਏ ਤੇ ਆਪਣੇ ਕੋਲ ਅਗਰ 10 ਕੈਂਡੀਡੇਟ ਸੀ ਤਾਂ ਆਪਾਂ ਇੱਕ ਨੂੰ ਵੋਟ ਪਾ ਕੇ ਆ ਗਏ। ਆਪਾਂ ਨੂੰ ਇੱਦਾਂ ਦਾ ਕੋਈ ਸਿਸਟਮ ਨਹੀਂ ਮਿਲਦਾ ਕਿ ਆਪਾਂ ਕਹੀਏ ਮੇਰੀ ਪਹਿਲੀ ਪਸੰਦ ਹੈ, ਦੂਜੀ ਪਸੰਦ ਇਹ ਐਮਐਲਏ ਹੋ ਸਕਦਾ, ਤੀਜੀ ਪਸੰਦ ਇਹ ਐਮਐਲਏ ਹੋ ਸਕਦਾ। ਪਰ ਜਿਹੜੀਆਂ ਇਹ ਵੋਟਿੰਗ ਹੁੰਦੀ ਹੈ ਇਹਦੇ ਵਿੱਚ ਐਮਐਲਏ ਜਿਹੜੇ ਆ ਉਹ ਆਪਣੀ ਪਸੰਦ ਦੱਸਦੇ ਨੇ ਕਿ ਮੇਰੀ ਪਹਿਲੀ ਪਸੰਦ ਇਹ ਬੰਦਾ। ਅਗਰ ਮੰਨ ਲਓ ABCDE 5 ਨਾਮ ਲਿਖੇ ਹੋਏ ਨੇ ਤਾਂ ਉਹਨਾਂ ਦੇ ਵਿੱਚੋਂ ਚੂਜ਼ ਕਰ ਸਕਦਾ ਕਿ ਜਿਹੜਾ B ਹੈ ਮੇਰੀ ਪਹਿਲੀ ਪਸੰਦ ਹੈ, ਜਿਹੜੀ C ਹੈ ਉਹ ਮੇਰੀ ਤੀਸਰੀ ਪਸੰਦ ਹੈ, ਜਿਹੜੀ D ਉਹ ਮੇਰੀ ਦੂਸਰੀ ਪਸੰਦ ਹੈ। ਸੋ ਇਹ ਜਿਹੜੀ ਪਸੰਦ ਦਾ ਖੇਡ ਹੈ, ਜਿਹੜਾ ਸਭ ਤੋਂ ਵੱਧ ਪਸੰਦ ਪ੍ਰੈਫਰਡ ਹੋਏਗਾ, ਜਿਹਨੂੰ ਸਭ ਤੋਂ ਵੱਧ ਲੋਕਾਂ ਨੇ ਪਹਿਲੀ ਪਸੰਦ ਰੱਖਿਆ ਹੋਏਗਾ ਐਮਐਲਏ ਨੇ, ਉਹਨੂੰ ਜੇਤੂ ਮੰਨ ਲਿਆ ਜਾਂਦਾ। ਰਾਜ ਸਭਾ ਦਾ ਜੋ ਚੁਣਿਆ ਜਾਣ ਵਾਲਾ ਐਮਪੀ ਆ ਉਹਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਤੇ ਉਹਨੂੰ ਜੇਤੂ ਕਰਾਰ ਦਿੱਤਾ ਜਾਏਗਾ, ਇਹਦਾ ਇੱਕ ਫਾਰਮੂਲਾ ਹੁੰਦਾ। ਇਹਦਾ ਫਾਰਮੂਲਾ ਜਿਹੜਾ ਆ ਉਹ ਬੜਾ ਈਜ਼ੀ ਟੂ ਅੰਡਰਸਟੈਂਡ ਆ। ਵੈਸੇ ਉਹਦੇ ਵਿੱਚ ਇਹ ਕਿ ਜਿੰਨੀਆਂ ਵੀ ਆਪਣੀਆਂ ਟੋਟਲ ਵਿਧਾਨ ਸਭਾ ਦੀਆਂ ਸੀਟਾਂ ਨੇ, ਜਿਵੇਂ ਪੰਜਾਬ 'ਚ 117 ਹੈ, ਉਹਨੂੰ ਡਿਵਾਈਡ ਕਰ ਦੇਣਾ ਹੈ ਜਿੰਨੀਆਂ ਖਾਲੀ ਸੀਟਾਂ ਐਮਪੀ ਦੀਆਂ ਹੈਗੀਆਂ ਪਲੱਸ ਉਹਦੇ 'ਚ 1 ਕਰਕੇ, ਔਰ ਜੋ ਵੀ ਉਹਦਾ ਰਿਜ਼ਲਟ ਆਉਂਦਾ ਉਹਦੇ ਵਿੱਚ ਫਿਰ +1 ਕਰਕੇ ਜੋ ਫਾਰਮੂਲਾ ਆਉਂਦਾ, ਜੋ ਆਪਣੇ ਕੋਲ ਰਿਜ਼ਲਟ ਆਉਂਦਾ, ਉਹ ਉਨੀਆਂ ਇੱਕ ਤਰ੍ਹਾਂ ਦੇ ਨਾਲ ਵੋਟ ਜਿਹੜੀਆਂ ਇੱਕ ਐਮਪੀ ਨੂੰ ਮਿਲਣਗੀਆਂ ਤਾਂ ਉਹ ਜੇਤੂ ਮੰਨਿਆ ਜਾਂਦਾ ਹੈ। ਜਿਵੇਂ ਹੁਣ ਪੰਜਾਬ ਦੇ ਵਿੱਚ 117 ਹੈ, 117 ਟੋਟਲ ਐਮਐਲਏ ਹੋ ਗਏ ਤੇ 5 ਸੀਟਾਂ ਰਾਜ ਸਭਾ ਦੀਆਂ ਖਾਲੀ ਨੇ। ਸੋ ਉਹਦੇ ਵਿੱਚ +1 ਕਰ ਲਿਆ ਜਾਵੇ ਤਾਂ 117 ਡਿਵਾਈਡਡ ਬਾਏ 6 ਹੋ ਜਾਏਗਾ। ਜੋ ਰਿਜ਼ਲਟ ਆਏਗਾ ਉਹਦੇ ਨਾਲ +1 ਕਰੀਏ ਤਾਂ 20 ਸਾਢੇ 20 ਦੇ ਅਰਾਊਂਡ ਆਉਂਦਾ ਹੈ। ਸੋ ਸਾਢੇ 20 ਤਾਂ ਆਪਾਂ 20.5 ਤੱਕ ਕਾਊਂਟ ਨਹੀਂ ਕੀਤਾ ਜਾ ਸਕਦਾ, ਦੈਟ ਵਿਲ ਬੀ ਕੰਸੀਡਰਡ ਐਟ 21। ਸੋ ਅਗਰ 21 ਵੋਟਾਂ ਫਸਟ ਪ੍ਰੈਫਰੈਂਸ ਦੀਆਂ ਕਿਸੇ ਐਮਐਲਏ ਕਿਸੇ ਐਮਪੀ ਦੇ ਕੋਲ ਜਾਂਦੀਆਂ ਨੇ, ਰਾਜ ਸਭਾ ਦਾ ਜਿਹੜਾ ਨੋਮੀਨੀ ਹੋਏਗਾ, ਤਾਂ ਉਹ ਜੇਤੂ ਮੰਨ ਲਿਆ ਜਾਏਗਾ। ਇਸੇ ਤਰ੍ਹਾਂ ਹੁਣ ਪੰਜਾਬ ਦੀਆਂ ਸਿਰਫ 5 ਰਾਜ ਸਭਾ ਦੀਆਂ ਸੀਟਾਂ ਖਾਲੀ ਨੇ, ਉਹਨਾਂ ਲਈ ਚੁਣਾਵ ਹੋ ਰਹੇ ਨੇ। ਬਟ ਜੁਲਾਈ ਤੱਕ ਆਪਣੀਆਂ 2 ਰਾਜ ਸਭਾ ਦੀਆਂ ਸੀਟਾਂ ਹੋਰ ਖਾਲੀ ਹੋ ਜਾਣਗੀਆਂ, ਉਹਨਾਂ ਦੇ ਲਈ ਫਿਰ ਦੁਬਾਰਾ ਚੁਣਾਵ ਕੀਤਾ ਜਾਏਗਾ। ਤਾਂ ਉਦੋਂ ਵੀ ਇਹੀ ਫਾਰਮੂਲਾ ਲਗਾ ਕੇ ਹੀ ਕੰਸੀਡਰ ਕੀਤਾ ਜਾਏਗਾ ਕਿ ਕੌਣ ਜੇਤੂ ਹੈ। ਇਸ ਟਾਈਮ ਆਪਣੇ ਕੋਲ 5 ਐਮਪੀਜ਼ ਦਾ ਚੁਣਾਵ ਹੋਣਾ, ਸੋ ਇਸ ਕਰਕੇ 21 ਵੋਟਾਂ ਦੇ ਵਿੱਚ ਵੰਡਿਆ ਜਾਂਦਾ। ਪਰ ਜਦੋਂ ਸਿਰਫ 2 ਸੀਟਾਂ ਹੋਣਗੀਆਂ ਜੁਲਾਈ ਦੇ ਵਿੱਚ ਜਾ ਕੇ ਰਾਜ ਸਭਾ ਦੀਆਂ ਜਿਹੜੀਆਂ ਭਰੀਆਂ ਜਾਣਗੀਆਂ, ਉਹਦੇ ਲਈ ਫਿਰ ਇਹ ਜਿਹੜਾ ਅਨੁਪਾਤ ਆ ਇਹ 21 ਤੋਂ ਕਿਤੇ ਜ਼ਿਆਦਾ ਵੱਧ ਜਾਏਗਾ। ਚਲੋ 117/2 ਜਿਹੜੀਆਂ ਖਾਲੀ ਹੋਣਗੀਆਂ ਪਲੱਸ ਉਹਦੇ 'ਚ 1 ਕੀਤਾ ਜਾਏਗਾ, 117/3 ਦਾ ਜੋ ਰਿਜ਼ਲਟ ਆਏਗਾ ਉਹਦੇ 'ਚ ਵੀ +1 ਕੀਤਾ ਜਾਏਗਾ, ਤਾਂ ਮੈਨੂੰ ਲੱਗਦਾ ਵੋਟਾਂ 40+ ਹੋ ਜਾਣਗੀਆਂ। ਉਸ ਟਾਈਮ ਫਿਰ ਇੱਕ ਨੂੰ ਰਾਜ ਸਭਾ ਦਾ ਐਮਪੀ ਬਣਨ ਦੇ ਲਈ ਘੱਟੋ ਘੱਟ 40-41 ਵੋਟਾਂ ਚਾਹੀਦੀਆਂ ਹੋਣਗੀਆਂ। ਸੋ ਰਾਜ ਸਭਾ ਦੇ ਐਮਪੀ ਨੂੰ ਚੁਣਨ ਦੇ ਲਈ ਜਿਹੜਾ ਵੋਟਿੰਗ ਸਿਸਟਮ ਹੈ ਉਹ ਵੋਟਿੰਗ ਸਿਸਟਮ ਹੈ, ਪਹਿਲੀ ਗੱਲ ਤਾਂ ਇਹਦੇ ਵਿੱਚ ਇੱਕ ਐਮਐਲਏ ਇੱਕ ਹੀ ਵੋਟ ਕਰ ਸਕਦਾ, ਇੱਕ ਵਾਰੀ ਵੋਟ ਕਰ ਸਕਦਾ। ਸਿੰਗਲ ਟਰਾਂਸਫਰੇਬਲ ਵੋਟ। ਟਰਾਂਸਫਰੇਬਲ ਦਾ ਮਤਲਬ ਕੀ ਹੈ ਉਹ ਹੁਣ ਅੱਗੇ ਆਪਾਂ ਜਾ ਕੇ ਸਮਝਦੇ ਹਾਂ ਕਿ ਇਹ ਜਿਹੜੀ ਵੋਟ ਆ ਇਹ ਟਰਾਂਸਫਰ ਹੋ ਸਕਦੀ ਅੱਗੇ। ਪਲੱਸ ਇਹ ਜਿਹੜਾ ਪੂਰਾ ਸਿਸਟਮ ਹੈ ਇਹ ਇੱਕ ਅਨੁਪਾਤਕ ਪ੍ਰਤੀਨਿਧਤਾ, ਜਾਂ ਆਪਾਂ ਉਹਨੂੰ ਇੰਗਲਿਸ਼ 'ਚ ਕਹੀਏ ਤਾਂ ਪ੍ਰਪੋਰਸ਼ਨਲ ਰੈਪਰੈਜ਼ੈਂਟੇਸ਼ਨ ਦੇ ਬੇਸਿਸ 'ਤੇ ਕੰਮ ਕਰਦਾ ਸਾਰਾ, ਕਿ ਪੂਰੇ ਅਨੁਪਾਤ ਲਗਾ ਕੇ ਉਹਨਾਂ ਦੀ ਫਰਦਰ ਪ੍ਰਤੀਨਿਧਤਾ ਨੂੰ ਕਿੱਦਾਂ ਲਾਗੂ ਕੀਤਾ ਜਾਵੇ ਬਾਈ ਸਿੰਗਲ ਟਰਾਂਸਫਰੇਬਲ ਵੋਟ। ਸੋ ਉਹ ਸਿੰਗਲ ਟਰਾਂਸਫਰੇਬਲ ਵੋਟ ਦਾ ਮਤਲਬ ਇਹ ਹੋਇਆ ਕਿ ਜਿਵੇਂ
ਇੱਕ ਬੈਲਟ ਪੇਪਰ ਦੇ ਦਿੱਤਾ ਗਿਆ ਸਾਰੇ ਐਮਐਲਏਜ਼ ਨੂੰ, ਜਿੱਥੇ ਸਾਰੇ ਰਾਜ ਸਭਾ ਦੇ ਐਮਪੀਜ਼ ਦੇ ਨੋਮੀਨੀਜ਼ ਦੇ ਨਾਮ ਹੈ। ਉਹਨਾਂ ਦੇ ਵਿੱਚੋਂ ਉਹ ਆਪਣੀ ਪਹਿਲੀ ਚੁਆਇਸ ਲਿਖਦੇ ਆ, ਦੂਜੀ ਚੁਆਇਸ ਕਿਹੜੀ ਹੋਏਗੀ, ਤੀਜੀ ਪਸੰਦ ਕਿਹੜੀ ਹੋਏਗੀ, ਚੌਥੀ ਔਰ ਸਭ ਤੋਂ ਘੱਟ ਵਾਲਾ ਪਸੰਦ ਕਿਹੜਾ ਹੋਏਗਾ ਉਹ ਲਿਖਦੇ ਨੇ। ਜਦੋਂ ਉਸ ਤੋਂ ਬਾਅਦ ਉਹ ਆਪਣਾ ਬੈਲਟ ਬਾਕਸ ਸਬਮਿਟ ਕਰ ਦਿੰਦੇ ਆ ਬਾਕਸ ਦੇ ਵਿੱਚ। ਮੈਂ ਇੱਥੇ ਵੀ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਬੈਲਟ ਬਾਕਸ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਉਸ ਟਾਈਮ ਵੀ ਬੂਥ ਲੱਗੇ ਹੁੰਦੇ ਆ, ਹਰ ਇੱਕ ਪਾਰਟੀ ਦਾ ਬੂਥ ਹੁੰਦਾ ਤੇ ਹਰ ਇੱਕ ਪਾਰਟੀ ਦਾ ਇੱਕ ਨੁਮਾਇੰਦਾ ਕਿਸੇ ਤਰ੍ਹਾਂ ਉੱਥੇ ਖੜਾ ਹੁੰਦਾ ਦੇਖਣ ਦੇ ਲਈ, ਔਰ ਜਿਹੜੇ ਐਮਐਲਏ ਉਹਨੂੰ ਦਿਖਾ ਕੇ ਵੋਟ ਪਾਉਂਦੇ ਨੇ ਕਿ ਆ ਦੇਖੋ ਮੈਂ ਇਸ ਬੰਦੇ ਨੂੰ ਵੋਟ ਪਾ ਰਿਹਾ। ਇਹਦੇ ਨਾਲ ਅਗਰ ਇਹਦਾ ਇਹ ਮਤਲਬ ਨਹੀਂ ਹੋਇਆ ਕਿ ਜਿਹੜੇ ਵਿਧਾਇਕ ਆ ਉਹ ਸਿਰਫ ਆਪਣੀ ਪਾਰਟੀ ਦੀ ਮਰਜ਼ੀ ਦੇ ਅਕੋਰਡਿੰਗ ਹੀ ਵੋਟ ਪਾਣਗੇ, ਉਹ ਉਹਨਾਂ ਦੀ ਮਰਜ਼ੀ ਦੇ ਖਿਲਾਫ ਵੀ ਵੋਟ ਪਾ ਸਕਦੇ ਆ, ਉਹ ਕੋਈ ਅਨਕਨਸਟੀਟਿਊਸ਼ਨਲ ਨਹੀਂ ਹੋਏਗਾ। ਪਰ ਇੱਕ ਤਰ੍ਹਾਂ ਦੇ ਨਾਲ ਪਾਰਟੀਜ਼ ਵੱਲੋਂ ਇੱਕ ਇਹ ਦਬਦਬਾ ਜਿਹੜਾ ਅਲਾਊਡ ਹੈ ਅੰਦਰ ਕਿ ਉਹ ਆਪਣੇ ਵਿਧਾਇਕਾਂ ਨੂੰ ਉਹਨਾਂ ਦੀ ਵੋਟ ਨੂੰ ਇੱਕ ਮਤ ਰੱਖਣ ਔਰ ਆਪਣਾ ਐਮਪੀ ਚੁਣ ਕੇ ਅੱਗੇ ਭੇਜਣ। ਕ੍ਰਾਸ ਵੋਟਿੰਗ ਨੂੰ ਰੋਕਣ ਦੇ ਲਈ ਇਹ ਚੀਜ਼ ਅੰਦਰ ਵੀ ਬੂਥ ਲੱਗਦੇ ਆ, ਇਸ ਚੀਜ਼ ਨੂੰ ਰੋਕਣ ਲਈ ਕੀਤਾ ਜਾਂਦਾ ਹੈ। ਸੋ ਜਿਹੜਾ ਵਿਧਾਇਕ ਹੈ ਉਹ ਆਪਣੀ ਬੈਲਟ ਪੇਪਰ ਨੂੰ ਬੈਲਟ ਬਾਕਸ ਦੇ ਵਿੱਚ ਪਾਉਂਦਾ ਹੈ। ਉਹਦੇ ਵਿੱਚ ਪਾਉਣ ਤੋਂ ਬਾਅਦ ਜਿਹੜੀ ਗਿਣਤੀ ਹੁੰਦੀ ਹੈ, ਪਹਿਲੇ ਰਾਊਂਡ ਦੀ ਗਿਣਤੀ ਦੇ ਵਿੱਚ ਕੱਢ ਲਿਆ ਜਾਂਦਾ ਹੈ ਕਿ ਇਹ ਬੰਦੇ ਨੂੰ ABCD ਦੇ ਵਿੱਚੋਂ ਕਿ ਮੰਨ ਲਓ B ਬੰਦੇ ਨੂੰ ਸਭ ਤੋਂ ਵੱਧ ਲੋਕਾਂ ਨੇ ਪ੍ਰੈਫਰੈਂਸ਼ੀਅਲ ਸਿਸਟਮ 'ਚ ਰੱਖਿਆ, ਵੀ ਸਭ ਤੋਂ ਪਹਿਲੀ ਪਸੰਦ ਸੀ ਇਹ ਲੋਕਾਂ ਦੀ, ਇਹਨੂੰ 21 ਵੋਟਾਂ ਆਰਾਮ ਦੇ ਨਾਲ ਮਿਲ ਗਈਆਂ, ਸੋ ਇਹ ਵਿਨਰ ਹੋ ਗਿਆ। ਹੋ ਸਕਦਾ ਉਸੇ ਦੇ ਵਿੱਚ ਪਹਿਲੇ ਰਾਊਂਡ ਦੇ ਵਿੱਚ ਵੀ ਕੋਈ ਹੋਰ ਬੰਦਾ ਵੀ ਹੋਵੇ ਜਿਹਨੂੰ 21 ਵੋਟਾਂ ਇਮੀਡੀਏਟਲੀ ਪਹਿਲੀ ਪਸੰਦ ਲੋਕਾਂ ਨੇ ਕਹਿ ਦਿੱਤਾ ਹੋਵੇ, ਐਮਐਲਏਜ਼ ਨੇ ਕਹਿ ਦਿੱਤਾ ਹੋਵੇ, ਉਹ ਵੀ ਵਿਨਰ ਹੋ ਗਿਆ। ਨਾਲ ਹੀ ਜਿਹਨੂੰ ਸਭ ਤੋਂ ਘੱਟ ਵੋਟਾਂ ਪਈਆਂ ਹੋਣ ਜਾਂ ਜਿਹਨੂੰ ਸਭ ਤੋਂ ਘੱਟ ਪਸੰਦ ਕੀਤਾ ਹੋਵੇ ਵਿਧਾਇਕਾਂ ਨੇ, ਉਹਨੂੰ ਬਾਹਰ ਕੱਢ ਦਿੱਤਾ ਜਾਂਦਾ, ਉਹਨੂੰ ਉਸ ਲਿਸਟ 'ਚੋਂ ਆਊਟ ਕਰ ਦਿੱਤਾ ਜਾਂਦਾ। ਤਾਂ ਉਸ ਲਿਸਟ 'ਚੋਂ ਆਊਟ ਕਰਨ ਤੋਂ ਬਾਅਦ ਜਿਹੜੀਆਂ ਉਹਦੀਆਂ ਵੋਟਾਂ ਹੁੰਦੀਆਂ ਨੇ ਉਹਨੂੰ ਬਾਕੀ ਜਾਣਿਆਂ ਦੇ ਵਿੱਚ ਬਰਾਬਰ ਵੰਡ ਦਿੱਤਾ ਜਾਂਦਾ। ਸੋ ਇਹ ਸਿੰਗਲ ਐਮਐਲਏ ਦੀ ਸਿੰਗਲ ਵੋਟ ਹੁੰਦੀ ਆ, ਪਰ ਉਹ ਟਰਾਂਸਫਰੇਬਲ ਹੁੰਦੀ ਆ। ਜਦੋਂ ਗਿਣਤੀ ਹੁੰਦੀ ਆ ਉਹਨੂੰ ਬਾਕੀਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ। ਤਾਂ ਫਿਰ ਸੈਕੰਡ ਰਾਊਂਡ ਸ਼ੁਰੂ ਹੁੰਦਾ, ਉਹਦੇ ਵਿੱਚ ਫਿਰ ਦੇਖਿਆ ਜਾਂਦਾ ਹੈ ਕਿ ਕਿਹੜਾ ਐਮਪੀ ਹੈ ਜਿਹਨੂੰ ਰਿਕੁਆਇਰਡ ਜਿਹੜੀਆਂ ਪ੍ਰੈਫਰੈਂਸਿਸ ਉਹ ਮਿਲ ਰਹੀਆਂ। ਤਾਂ ਇਸੇ ਤਰ੍ਹਾਂ ਡਿਸਾਈਡ ਹੁੰਦਾ ਰਾਜ ਸਭਾ ਦਾ ਐਮਪੀ ਕੌਣ ਹੋਏਗਾ। ਸੋ ਇੱਕ ਇਹ ਬਹੁਤ ਕੰਪਲੈਕਸ ਪ੍ਰੋਸੀਜਰ ਸੀਗਾ। ਜਿਸ ਤਰ੍ਹਾਂ ਆਪਾਂ ਆਮ ਲੋਕ ਵੋਟ ਪਾਉਂਦੇ ਹਾਂ ਉੱਦਾਂ ਦਾ ਸਿਸਟਮ ਬਿਲਕੁਲ ਨਹੀਂ ਸੀ। ਇਹਦੇ ਵਿੱਚ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਤੁਸੀਂ ਪਸੰਦ ਕਰੋ, ਤੁਹਾਨੂੰ ਸਭ ਤੋਂ ਵੱਧ ਪਸੰਦ ਕੌਣ ਆ, ਤੁਹਾਨੂੰ ਸੈਕਿੰਡ ਨੰਬਰ 'ਤੇ ਪਸੰਦ ਕੌਣ ਆ, ਤੀਸਰੇ ਨੰਬਰ 'ਤੇ ਪਸੰਦ ਕੌਣ ਹੈ। ਸੋ ਜਿਹੜੀ ਪਾਰਟੀ ਕੋਲ ਜ਼ਿਆਦਾ ਐਮਐਲਏ ਹੁੰਦੇ ਆ ਸੋ ਉਹ ਆਪਣੀ ਪਾਰਟੀ ਨੂੰ ਇਕੱਠੇ ਕਰਕੇ ਡੈਫੀਨੇਟਲੀ ਰੱਖਦੇ ਆ, ਔਰ ਉਹ ਕਹਿੰਦੇ ਆ ਕਿ ਆਪਾਂ ਇਸ ਬੰਦੇ ਨੂੰ ਪਹਿਲੀ ਪਸੰਦ ਰੱਖਾਂਗੇ, ਇਹਨੂੰ ਦੂਸਰੀ ਪਸੰਦ ਰੱਖਾਂਗੇ। ਤਾਂ ਆਪਣੇ ਐਮਐਲਏ ਜਿਹਦੀ ਮੈਜੋਰਿਟੀ ਹੁੰਦੀ ਆ ਉਹਨਾਂ ਦੇ ਹੀ ਐਮਪੀ ਚੁਣ ਕੇ ਜ਼ਿਆਦਾਤਰ ਰਾਜ ਸਭਾ ਦੇ ਵਿੱਚ ਜਾਂਦੇ ਆ। ਇੱਥੇ ਜ਼ਿਆਦਾ ਚਾਂਸਸ ਆ ਕਿ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਇਸ ਟਾਈਮ ਤੱਕ ਸਿਰਫ 3 ਐਮਪੀ ਰਾਜ ਸਭਾ 'ਚ ਬੈਠੇ ਹੋਏ ਆ, ਹੁਣ ਉਹਨਾਂ ਦਾ ਨੰਬਰ ਜਿਹੜਾ ਵਧੇਗਾ। ਅਗਰ ਰਾਜ ਸਭਾ ਦੇ ਐਮਪੀ ਦੇ ਜਿੱਤਣ ਦੇ ਲਈ ਸਿਰਫ 21 ਵੋਟਾਂ ਮੰਨ ਲਓ ਵਿਧਾਨ ਸਭਾ 'ਚ ਅੱਜ ਦੇ ਸਮੇਂ 'ਚ ਚਾਹੀਦੀਆਂ ਹੋਣ ਇਸ ਫਾਰਮੂਲਾ ਦੇ ਅਕੋਰਡਿੰਗ, ਤਾਂ ਆਮ ਆਦਮੀ ਪਾਰਟੀ ਦੇ ਕੋਲ 92 ਸੀਟਾਂ ਨੇ। 92 ਸੀਟਾਂ ਮਤਲਬ ਕਿ ਉਹ 4 ਉਮੀਦਵਾਰ ਤਾਂ ਸਿੱਧੇ ਹੀ ਚੁਣ ਸਕਦੇ ਨੇ, ਸਿੱਧੇ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ 5 ਨੋਮੀਨੇਟ ਕੀਤੇ ਗਏ, ਇਹਨਾਂ ਦੇ ਵਿੱਚੋਂ 4 ਤਾਂ ਸਿੱਧੇ ਢੰਗ ਦੇ ਨਾਲ ਉਹਨਾਂ ਦੇ ਆਪਣੇ ਹੀ ਜਿਹੜੇ ਐਮਐਲਏ ਆ ਉਹਨਾਂ ਵੱਲੋਂ ਈਜ਼ੀਲੀ ਚੁਣੇ ਜਾ ਸਕਦੇ ਆ। ਬਹੁਤ ਆਰਾਮ ਦੇ ਨਾਲ ਉਹਨਾਂ ਦੀ ਜਿਹੜੀ ਪ੍ਰੈਫਰੈਂਸ ਆ ਉਹ ਫਸਟ ਕਹੀ ਜਾ ਸਕਦੀ ਹੈ। ਦੂਜੇ ਪਾਸੇ ਕਾਂਗਰਸ ਉਹਨਾਂ ਕੋਲ 18 ਵੋਟਾਂ ਨੇ, ਫਿਰ 18 ਸੀਟਾਂ ਨੇ ਪਲੱਸ ਨਾਲ ਜਿਹੜੀ ਅਕਾਲੀ ਦਲ ਉਹਦੀਆਂ 3 ਆ ਪਲੱਸ ਬਸਪਾ ਐਂਡ 2 1-2 ਇੱਦਾਂ ਆ। ਸੋ ਉਹਨਾਂ ਦੇ ਲਈ ਇੱਕ ਅਗਰ ਸਾਰੇ ਜਾਣੇ ਕਲੱਬ ਹੋ ਜਾਣ ਤਾਂ ਜਾ ਕੇ ਕਿਤੇ ਉਹ ਇੱਕ ਆਪਣਾ ਐਮਪੀ ਜਿਹੜਾ ਉਹ ਚੁਣ ਕੇ ਅੱਗੇ ਭੇਜ ਸਕਦੇ ਆ। ਪਰ ਅਦਰਵਾਈਜ਼ ਉਹਨਾਂ ਦੇ ਕੋਲ ਇੰਨੀ ਵੋਟਿੰਗ ਸਮਰੱਥਾ ਜਾਂ ਇੰਨਾ ਨੰਬਰ ਨਹੀਂ ਆ ਉਹਨਾਂ ਦੇ ਕੋਲ, ਅਕਾਲੀ ਦਲ, ਕਾਂਗਰਸ, BJP ਐਂਡ ਅਲਾਇੰਸ ਦੇ ਕੋਲ, ਕਿ ਉਹ ਕੋਈ ਇੱਕ ਕੈਂਡੀਡੇਟ ਆਪਣਾ ਚੁਣ ਕੇ ਭੇਜ ਸਕਣ। ਕਾਂਗਰਸ ਦੇ ਨਾਲ ਅਗਰ ਇੰਡੀਪੈਂਡੈਂਟ ਇੱਕ ਕੈਂਡੀਡੇਟ ਵੀ ਸਾਥ ਦਿੰਦਾ ਹੈ, ਕਪੂਰਥਲਾ ਤੋਂ ਰਾਣਾ ਗੁਰਜੀਤ ਦਾ ਬੇਟਾ, ਸੋ 19 ਸੀਟਾਂ ਹੋ ਜਾਣਗੀਆਂ। ਤਾਂ ਵੀ ਮੈਨੂੰ ਲੱਗਦਾ ਹੈ ਕਿ ਰਾਜ ਸਭਾ ਐਮਪੀ ਚੁਣਨ ਦੇ ਲਈ ਘੱਟ ਰਹਿਣਗੀਆਂ, ਉਹਨਾਂ ਨੂੰ 1 ਜਾਂ 2 ਸੀਟ ਫਿਰ ਵੀ ਘੱਟ ਰਹੇਗੀ।